ਸਤਿ ਸ਼੍ਰੀ ਅਕਾਲ ਬੱਚਿਓ। ਜਮਾਤ 10ਵੀਂ ਕਵਿਤਾ ਹੈ ਗੁਰੂ ਉਪਦੇਸ਼। ਇਸ ਦੇ ਕਵੀ ਹਨ ਪਵਨ ਹਰਚੰਦਪੁਰੀ। ਇਸ ਕਵਿਤਾ ਦੇ ਵਿੱਚ ਕਵੀ ਨੇ ਗੁਰੂਆਂ ਦੁਆਰਾ 10 ਗੁਰੂਆਂ ਦੁਆਰਾ ਦਿੱਤੇ ਹੋਏ ਉਪਦੇਸ਼ਾਂ ਦਾ ਵਰਣਨ ਕੀਤਾ ਹੈ। ਇਹ ਕਵਿਤਾ ਸਿੱਖ ਖਾਲਸਾ ਇਤਿਹਾਸ ਵਿੱਚੋਂ ਲਈ ਗਈ ਹੈ। ਇਹ ਕਵਿਤਾ ਉਸ ਦਾ 22ਵਾਂ ਸਰਗ ਹੈ। ਇਸ ਵਿੱਚ ਗੁਰੂਆਂ ਨੇ ਸਿੱਖਾਂ ਦੁਆਰਾ ਦਿੱਤੇ ਹੋਏ ਉਪਦੇਸ਼ਾਂ ਦਾ ਵਰਣਨ ਕੀਤਾ ਹੈ। ਪਵਨ ਹਰਚੰਦਪੁਰੀ ਨੇ ਆਪਣੀ ਕਵਿਤਾ ਦੇ ਵਿੱਚ ਗੁਰੂਆਂ ਦੁਆਰਾ ਦਿੱਤੇ ਹੋਏ ਉਪਦੇਸ਼ਾਂ ਦਾ ਬਹੁਤ ਹੀ ਸੋਹਣੇ ਵਿਚਾਰ ਅਤੇ ਸ਼ਬਦਾਂ ਵਿੱਚ ਵਰਣਨ ਕੀਤਾ ਹੈ। ਦਸੇ ਗੁਰੂਆਂ ਸਿੱਖੀ ਦੀ ਜੋਤ ਵਾਲੀ। ਇਸ ਦੇ ਵਿੱਚ ਪਵਨ ਹਰਚੰਦਪੁਰੀ ਦੱਸ ਰਿਹਾ ਹੈ ਕਿ 10 ਗੁਰੂਆਂ ਨੇ ਸਾਡੇ ਜੋ 10 ਗੁਰੂ ਹੋਏ ਹੈ, ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ, ਉਹਨਾਂ ਨੇ ਸਾਨੂੰ ਸਿੱਖ ਧਰਮ ਦੀ ਸਥਾਪਨਾ ਕਰਕੇ ਦਿੱਤੀ ਹੈ। ਸਿੱਖ ਧਰਮ ਦੇ ਵਿੱਚ 10 ਗੁਰੂਆਂ ਦੀ ਜੋਤ ਹੈ, ਭਾਵ 10 ਗੁਰੂਆਂ ਦੇ ਵਿਚਾਰ ਦਰਜ ਹਨ। ਰੌਸ਼ਨ ਸ਼ਮਾ ਹੀ ਰਹੂਗੀ ਜਗ ਅੰਦਰ। ਸ਼ਮਾ ਹੁੰਦਾ ਮੋਮਬੱਤੀ, ਰੌਸ਼ਨ ਜਗਦੀ ਰਹੂਗੀ। ਇਹ ਜਿਹੜੀ ਸਿੱਖੀ ਦੀ ਜੋਤ ਹੈ, ਸਿੱਖ ਧਰਮ ਹੈ, ਇਹ ਸਦਾ ਜਗ ਹੁੰਦਾ ਸੰਸਾਰ, ਹਮੇਸ਼ਾ ਜਗ ਦੇ ਵਿੱਚ ਇਸੇ ਤਰ੍ਹਾਂ ਹੀ ਰੌਸ਼ਨ ਰਹੇਗਾ। ਭਾਵ ਜਦੋਂ ਤੱਕ ਇਹ ਸੰਸਾਰ ਦੀ ਉਤਪਤੀ ਰਹੂਗੀ, ਸਿੱਖ ਧਰਮ ਇਸੇ ਤਰ੍ਹਾਂ ਹੀ ਪ੍ਰਫੁੱਲਤ ਹੁੰਦਾ ਰਹੂਗਾ। ਨੂਰੀ ਬਾਲੂ ਚਿਰਾਗੇ ਸੋਚ ਅੰਦਰ। ਨੂਰੀ ਹੁੰਦਾ ਰੌਸ਼ਨ, ਬਾਲੂ ਬਲੂਗੀ, ਚਿਰਾਗ ਦੀਵਾ। ਇਹ ਜਿਹੜਾ ਸਿੱਖੀ ਦਾ ਦੀਵਾ ਹੈ, ਇਹ ਐਸੇ ਤਰ੍ਹਾਂ ਹੀ ਪ੍ਰਕਾਸ਼ਵਾਨ ਰਹੇਗਾ। ਇਹ ਸੋਚ ਅੰਦਰ, ਸੋਚ ਹੁੰਦਾ ਲੋਕਾਂ ਦੀ ਸਮਝ, ਦਿਮਾਗ। ਇਹ ਜਿਹੜਾ ਸਿੱਖੀ ਦਾ ਦੀਵਾ ਹੈ, ਇਹ ਲੋਕਾਂ ਦੀ ਸੋਚ ਨੂੰ ਬਦਲ ਦੇਵੇਗਾ। ਭਾਵ ਜੋ ਮਨੁੱਖ 10 ਗੁਰੂਆਂ ਦੁਆਰਾ ਦਿੱਤੇ ਹੋਏ ਉਪਦੇਸ਼ਾਂ ਨੂੰ ਮੰਨਦਾ ਹੈ, ਉਹਨਾਂ ਦੀ ਸੋਚ ਦੇ ਵਿੱਚ ਇਹ ਨਵਾਂ ਪ੍ਰਕਾਸ਼ ਪੈਦਾ ਕਰਦੀ ਹੈ। ਕੌਣ ਕਰਦੀ ਹੈ? 10 ਗੁਰੂਆਂ ਦੀ ਬਾਣੀ। ਜੋ ਬਾਣੀ ਸਾਨੂੰ 10 ਗੁਰੂਆਂ ਨੇ ਦੱਸੀ ਹੈ, ਦਿੱਤੀ ਹੈ, ਲਿਖੀ ਹੋਈ ਬਾਣੀ ਹੈ, ਜੋ ਇਸ ਦੇ ਵਿੱਚ ਜੋ ਵੀ ਵਿਚਾਰ ਹਨ, ਉਹ ਲੋਕਾਂ ਦੀ ਸੋਚ ਨੂੰ ਬਦਲਣ ਵਾਲੇ ਹਨ। ਸੂਰਜ ਵਾਂਗ ਲਿਸ਼ਕਾਏਗੀ ਮਨ ਅੰਦਰ। ਜੋ ਮਨੁੱਖ 10 ਗੁਰੂਆਂ ਦੇ ਦਿੱਤੇ ਹੋਏ ਉਪਦੇਸ਼ ਭਾਵ ਬਾਣੀ ਨੂੰ ਪੜ੍ਹਦਾ ਹੈ, ਉਸ ਦੀ ਸੋਚ ਹੈ ਜਿਹੜੀ ਉਹ ਬਦਲ ਜਾਂਦੀ ਹੈ। ਉਸ ਦੀ ਸੋਚ, ਉਸ ਦਾ ਮਨ ਹੈ ਜਿਹੜਾ ਮਨ ਮੰਦਰ, ਜੋ ਸਾਡਾ ਮਨ ਹੈ, ਉਹ ਸੂਰਜ ਵਾਂਗ ਲਿਸ਼ਕ ਉੱਠਦਾ ਹੈ। ਜਿਸ ਤਰ੍ਹਾਂ ਸੂਰਜ ਦੀ ਜਿਹੜੀ ਲਿਸ਼ਕ ਹੈ, ਇਹ ਪੂਰੇ ਸੰਸਾਰ ਦੇ ਵਿੱਚ ਰੌਸ਼ਨੀ ਪੈਦਾ ਕਰਦੀ ਹੈ। ਇਸੇ ਤਰ੍ਹਾਂ ਹੀ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਹੈ, 10 ਗੁਰੂਆਂ ਦੀ ਜੋ ਦਿੱਤੀ ਹੋਈ ਬਾਣੀ ਹੈ, ਲਿਖੀ ਹੋਈ ਬਾਣੀ ਹੈ, ਇਹ ਵੀ ਜੋ ਮਨੁੱਖ ਪੜ੍ਹਦਾ ਹੈ, ਉਸ ਦੀ ਸੋਚ ਨੂੰ ਸੂਰਜ ਵਾਂਗ ਲਿਸ਼ਕਾ ਦਿੰਦੀ ਹੈ। ਆਪਣੀ ਕਿਰਤ ਚੋਂ ਕੱਢੂ ਦਸੌਂਦ 10ਵਾਂ। ਜੋ ਸਾਡੇ ਗੁਰੂ ਹੋਏ ਹਨ, 10 ਗੁਰੂ ਹੋਏ ਹਨ, ਉਹਨਾਂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਹੈ ਕਿ ਆਪਣੀ ਕਿਰਤ ਹੁੰਦਾ ਕਮਾਈ ਚੋਂ ਕੱਢ ਦਸੌਂਦ 10ਵਾਂ। ਦਸੌਂਦ ਹੁੰਦਾ 10ਵਾਂ ਹਿੱਸਾ, ਕਿ ਹਰ ਮਨੁੱਖ ਨੂੰ ਆਪਣੀ ਕਿਰਤ ਵਿੱਚੋਂ, ਆਪਣੀ ਕਮਾਈ ਵਿੱਚੋਂ 10ਵਾਂ ਹਿੱਸਾ ਕੱਢਣਾ ਚਾਹੀਦਾ ਹੈ। ਇਹ ਜਿਹੜਾ 10ਵਾਂ ਦਸੌਂਦ ਹੈ, ਇਹ ਲੋੜਵੰਦਾਂ ਦੇ ਲੇਖੇ, ਭਾਵ ਲੋੜਵੰਦ ਜੋ ਮਨੁੱਖ ਨੂੰ ਰੋਟੀ ਤੇ ਕੱਪੜਾ ਨਸੀਬ ਨਹੀਂ ਹੁੰਦਾ, ਗਰੀਬ ਹੈ, ਬਹੁਤ ਜ਼ਿਆਦਾ ਗਰੀਬ ਹੈ, ਉਸ ਦੇ ਲੇਖੇ ਲਾ ਦੇਣਾ ਚਾਹੀਦਾ ਹੈ। ਭਾਵ ਉਸ ਨੂੰ ਰੋਟੀ ਤੇ ਕੱਪੜਾ ਲੈ ਕੇ ਦਾਨ ਕਰ ਦੇਣਾ ਚਾਹੀਦਾ ਹੈ। ਭੁੱਖ ਕੋਈ ਦੁਆਰੇ ਆ ਟੁੱਕ ਮੰਗੇ। ਟੁੱਕ ਹੁੰਦਾ ਰੋਟੀ। ਜੇ ਕੋਈ ਭੁੱਖਾ ਮਨੁੱਖ ਸਾਡੇ ਬੂਹੇ 'ਤੇ ਆ ਕੇ ਰੋਟੀ ਮੰਗਦਾ ਹੈ, ਤਾਂ ਸਾਨੂੰ ਉਸ ਨੂੰ ਭੋਜਨ ਭਾਵ ਉਸ ਨੂੰ ਰੋਟੀ ਛਕਾ ਦੇਣੀ ਚਾਹੀਦੀ ਹੈ। ਉਸ ਨੂੰ ਰੋਟੀ ਖਵਾ ਕੇ ਉਸਦਾ ਪੇਟ ਭਰ ਕੇ ਤੋਰਨਾ ਚਾਹੀਦਾ ਹੈ। ਇਹ ਇੱਕ ਸੱਚੇ ਜਿਹੜਾ ਸਿੱਖ ਹੈ, ਉਸ ਦਾ ਧਰਮ ਹੈ ਇਹ। ਉਹ ਜਿਹੜਾ ਸੱਚਾ ਸਿੱਖ ਹੈ, ਉਸ ਦਾ ਇਹ ਕਰਤੱਵ ਹੈ। ਉੱਚਾ ਨੀਵਾਂ ਨਾ ਕੋਈ ਜਗ ਅੰਦਰ, ਇੱਕੋ ਨੂਰ ਇਲਾਹੀ ਦੇ ਸਭ ਬੰਦੇ।
ਕੀ ਕਿਹਾ ਹੈ ਸਾਡੇ ਗੁਰੂਆਂ ਨੇ ਸਾਡੀ ਬਾਣੀ ਦੇ ਵਿੱਚ? ਇਹ ਦਰਜ ਹੈ ਕਿ ਜਗ ਸੰਸਾਰ, ਇਸ ਸੰਸਾਰ ਦੇ ਵਿੱਚ ਨਾ ਤਾਂ ਕੋਈ ਉੱਚਾ ਹੈ ਨਾ ਹੀ ਕੋਈ ਨੀਵਾਂ ਹੈ, ਇੱਕੋ ਨੂਰ ਇਲਾਹੀ ਦੇ ਨੇ ਸਭ ਬੰਦੇ। ਕਿ ਸਾਰੇ ਸੰਸਾਰ ਦੇ ਵਿੱਚ ਉਸ ਪਰਮਾਤਮਾ ਦੁਆਰਾ ਨੂਰ ਇਲਾਹੀ, ਉਸ ਪਰਮਾਤਮਾ ਦੇ ਸਾਜੇ ਹੋਏ ਹੀ ਮਨੁੱਖ ਹਨ। ਬੰਦੇ ਰੱਬ ਦੇ ਸਮਝ ਕੇ ਪਿਆਰ ਕਰਨਾ। ਹਰ ਮਨੁੱਖ ਨੂੰ ਉਸ ਪਰਮਾਤਮਾ ਦੇ ਸਾਜੇ ਹੋਏ ਬੰਦੇ ਭਾਵ ਸਾਜੇ ਹੋਏ ਮਨੁੱਖ ਸਮਝ ਕੇ, ਉਸ ਪਰਮਾਤਮਾ ਦੁਆਰਾ ਭੇਜੇ ਹੋਏ ਇਸ ਧਰਤੀ 'ਤੇ ਮਨੁੱਖ ਸਮਝ ਕੇ ਹੀ ਉਸ ਨਾਲ ਸਾਂਝ ਦੀ ਭਾਵਨਾ ਰੱਖਣੀ ਚਾਹੀਦੀ ਹੈ। ਕਿਸੇ ਵੀ ਮਨੁੱਖ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ, ਨਾ ਬੋਲਣੇ ਕਿਸੇ ਨੂੰ ਵੀ ਬੰਦੇ, ਕਿ ਕਿਸੇ ਨੂੰ ਵੀ ਮਾੜੇ ਬੋਲ ਨਹੀਂ ਬੋਲਣੇ ਚਾਹੀਦੇ। ਹਰ ਮਨੁੱਖ ਦੇ ਅੰਦਰ ਉਸ ਪਰਮਾਤਮਾ ਦੀ ਜੋਤ ਹੈ ਜਿਹੜੀ ਜਗਦੀ ਹੈ, ਉਸ ਪਰਮਾਤਮਾ ਦੇ ਸਾਜੇ ਹੋਏ ਹੀ ਸਾਰੇ ਮਨੁੱਖ ਹਨ। ਕੋਈ ਇਸ ਜੱਗ ਦੇ ਉੱਤੇ, ਸੰਸਾਰ ਦੇ ਉੱਤੇ ਨਾ ਕੋਈ ਵੱਡਾ ਹੈ ਨਾ ਛੋਟਾ ਹੈ, ਨਾ ਅਮੀਰ ਹੈ ਤੇ ਨਾ ਹੀ ਗਰੀਬ ਹੈ। ਹਰ ਮਨੁੱਖ ਨੂੰ ਪਰਮਾਤਮਾ ਨੇ ਸਾਜਿਆ ਹੋਇਆ ਹੈ। ਇਹ ਜਿਹੜੀਆਂ ਅਮੀਰੀ ਤੇ ਗਰੀਬੀ ਦੀਆਂ ਵੰਡਾਂ ਹੈ, ਇਹ ਲੋਕਾਂ ਨੇ ਆਪਸ ਵਿੱਚ, ਸਿਆਸਤਦਾਨਾਂ ਨੇ ਪਾਈਆਂ ਹੋਈਆਂ ਹਨ। ਲੋਕ ਧਰਮ ਵਿੱਚ ਜਾਂ ਜਾਤ ਪਾਤ ਵਿੱਚ ਵੰਡ ਕੇ ਹੀ ਆਪਸ ਵਿੱਚ ਲੜਾਈ ਕਰ ਰਹੇ ਹਨ। ਇਸ ਲੜਾਈ ਨੂੰ ਖਤਮ ਕਰਨਾ ਚਾਹੀਦਾ ਹੈ, ਕਿਉਂਕਿ ਮਨੁੱਖਤਾ ਹੈ ਜੋ ਉਸ ਪਰਮਾਤਮਾ ਦੀ ਸਾਜੀ ਹੋਈ ਹੈ। ਹਰ ਮਨੁੱਖ ਬਰਾਬਰ ਹੈ, ਨਾ ਕੋਈ ਵੱਡਾ ਹੈ ਨਾ ਛੋਟਾ ਹੈ, ਨਾ ਕੋਈ ਅਮੀਰ ਹੈ ਤੇ ਨਾ ਗਰੀਬ ਹੈ। ਹਰ ਮਨੁੱਖ ਪਰਮਾਤਮਾ ਦਾ ਸਾਜਿਆ ਹੋਇਆ ਹੈ। ਉਸ ਮਨੁੱਖ ਦੇ ਅੰਦਰ ਪਰਮਾਤਮਾ ਦੀ ਜੋਤ ਬਲਦੀ ਹੈ। ਇਸ ਕਰਕੇ ਸਾਨੂੰ ਉਸ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ, ਕਿਉਂਕਿ ਜੇ ਕੋਈ ਮਨੁੱਖ ਕਿਸੇ ਗਰੀਬ ਮਨੁੱਖ ਨੂੰ ਮਾੜਾ ਬੋਲਦਾ ਹੈ ਤਾਂ ਉਸ ਦੇ ਜਿਹੜਾ ਅੰਦਰ ਹੈ ਉਸ ਨੂੰ ਠੇਸ ਪਹੁੰਚਦੀ ਹੈ, ਭਾਵ ਪਰਮਾਤਮਾ ਨੂੰ ਠੇਸ ਪਹੁੰਚਦੀ ਹੈ, ਕਿਉਂਕਿ ਹਰ ਮਨੁੱਖ ਦੇ ਵਿੱਚ ਪਰਮਾਤਮਾ ਦੀ ਜੋਤ ਬਲਦੀ ਹੈ। ਇਸ ਕਰਕੇ ਗੁਰੂ ਜੀ ਨੇ ਸਾਨੂੰ ਇਹੀ ਉਪਦੇਸ਼ ਦਿੱਤਾ ਹੈ ਕਿ ਹਰ ਮਨੁੱਖ ਨੂੰ ਗੁਰੂਆਂ ਦੇ ਉਪਦੇਸ਼ਾਂ ਨੂੰ ਮੰਨਣਾ ਚਾਹੀਦਾ ਹੈ, ਬਾਣੀ ਨੂੰ ਪੜ੍ਹਨਾ ਚਾਹੀਦਾ ਹੈ, ਬਾਣੀ ਵਿੱਚ ਦੱਸੇ ਰਸਤੇ ਦੇ ਅਨੁਸਾਰ ਚੱਲਣਾ ਚਾਹੀਦਾ ਹੈ। ਧਰਮ ਕਰਮ ਦੀ ਜਿਹੜੀ ਸਾਂਝ ਹੈ ਇਹ ਬਹੁਤ ਹੀ ਵੱਡੀ ਸਾਂਝ ਹੈ। ਧਰਮ ਵਿੱਚ ਰਹਿ ਕੇ ਚੰਗੇ ਕਰਮ ਕਰਨੇ ਚਾਹੀਦੇ ਹਨ, ਚੰਗੀ ਕਮਾਈ ਕਰਨੀ ਚਾਹੀਦੀ ਹੈ, ਸੱਚੀ ਕਿਰਤ ਕਰਨੀ ਚਾਹੀਦੀ ਹੈ। ਧਰਮ ਦੇ ਨਾਂ 'ਤੇ ਕਿਸੇ ਨੂੰ ਲੁੱਟਣਾ ਨਹੀਂ ਚਾਹੀਦਾ, ਸਗੋਂ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ। ਇਹ ਉਪਦੇਸ਼ ਹੀ ਇਸ ਜੋ ਕਵਿਤਾ ਹੈ ਇਸ ਵਿੱਚ ਪਵਨ ਹਰਚੰਦਪੁਰੀ ਨੇ ਦੱਸੇ ਹਨ।